Good morning and welcome to all the viewers. Today I am going to present the second part of the lesson named Thinking Out of Box, Lateral Thinking. Here is another story. ਇੱਥੇ ਇੱਕ ਹੋਰ ਕਹਾਣੀ ਹੈ that illustrates the use of lateral thinking, ਜਿਹੜੀ ਕਿ ਸਾਨੂੰ ਦੱਸਦੀ ਹੈ ਰਚਨਾਤਮਕ ਸੋਚ ਦੇ ਬਾਰੇ ਦੇ ਵਿੱਚ। A millionaire named Thomas, ਇੱਕ ਕਰੋੜਪਤੀ ਸੀ ਜਿਸ ਦਾ ਨਾਮ ਥੋਮਸ ਸੀ, walked into a popular bank. ਉਹ ਇੱਕ ਬਹੁਤ ਹੀ ਮਸ਼ਹੂਰ ਬੈਂਕ ਦੇ ਅੰਦਰ ਚੱਲ ਕੇ ਆਇਆ in the middle of New York City, ਅਤੇ ਇਹ ਬੈਂਕ ਨਿਊਯਾਰਕ ਸਿਟੀ ਦੇ ਬਿਲਕੁਲ ਕੇਂਦਰ ਦੇ ਵਿੱਚ ਸੀ and requested to speak to the loan officer, ਅਤੇ ਉਸਨੇ ਆ ਕੇ ਬੇਨਤੀ ਕੀਤੀ ਕਿ ਮੈਂ ਲੋਨ ਵਾਲੇ ਅਫਸਰ ਨੂੰ ਮਿਲਣਾ ਹੈ। He did not inform the staff of the immense riches. उसने अपनी बेअंत धन जिसका कि वो मालिक सी उसका जिक्र किसी नाल भी नहीं किया। But he simply said, उसने केवल ये कहा that he was going away on a business for a few weeks. उसने कहा कि मैं किसी बिजनेस ਦੇ ਸਿਲਸਿਲੇ ਦੇ ਵਿੱਚ ਕੁਝ ਹਫ਼ਤਿਆਂ ਦੇ ਲਈ ਬਾਹਰ ਜਾ ਰਿਹਾ ਹਾਂ। to another country, ਕਿਸੇ ਹੋਰ ਦੇਸ਼ ਦੇ ਵਿੱਚ ਜਾ ਰਿਹਾ ਹਾਂ and needed to borrow a small sum of money, ਅਤੇ ਮੈਨੂੰ ਕੁਝ ਛੋਟੀ ਜੀ ਰਕਮ ਲੋਨ ਦੇ ਵਿੱਚ ਚਾਹੀਦੀ ਹੈ $5,000, ਅਤੇ ਇਹ ਰਕਮ ਜਿਹੜੀ ਹੈ ਇਹ $5,000 ਹੈ। banks being banks, बैंक ही होंदे हन, they immediately asked for security on the loan. ਉਹਨਾਂ ਨੇ ਇੱਕਦਮ ਉਸ ਨੂੰ ਕਿਹਾ ਕਿ ਇਸ ਲੋਨ ਦੇ ਲਈ ਸਾਨੂੰ ਜ਼ਮਾਨਤ ਦੀ ਲੋੜ ਹੈ। ਥਾਮਸ pointed out of the window, ਅਤੇ ਥਾਮਸ ਨੇ ਖਿੜਕੀ ਤੋਂ ਬਾਹਰ ਇਸ਼ਾਰਾ ਕਰਦੇ ਹੋਏ ਕਿਹਾ to a shining new Ferrari, ਇੱਕ ਫਰਾਰੀ ਕਾਰ ਜਿਹੜੀ ਕਿ ਬਾਹਰ ਉਸ ਦੀ ਖੜੀ ਸੀ ਉਸ ਦੇ ਵੱਲ ਇਸ਼ਾਰਾ ਕਰਦੇ ਹੋਏ ਕਿਹਾ right in front of the bank, ਅਤੇ ਜਿਹੜੀ ਕਿ ਬਿਲਕੁਲ ਬੈਂਕ ਦੇ ਸਾਹਮਣੇ ਖੜੀ ਹੋਈ ਸੀ। he took the title, paperwork and keys out of his pocket. ਉਸਨੇ ਆਪਣੀ ਜੇਬ ਦੇ ਵਿੱਚੋਂ ਉਸ ਗੱਡੀ ਦੇ ਕਾਗਜ਼ ਅਤੇ ਚਾਬੀ ਜਿਹੜੀ ਸੀ ਆਪਣੀ ਜੇਬ ਵਿੱਚੋਂ ਕੱਢੀ and slapped them on the counter, ਔਰ ਉਸਨੇ ਇਹਨਾਂ ਚੀਜ਼ਾਂ ਨੂੰ ਕਾਊਂਟਰ ਦੇ ਉੱਪਰ ਇੱਕਦਮ ਸੁੱਟਿਆ like a man on a mission, ਔਰ ਇਹ ਸਭ ਕੁਛ ਉਹਨੇ ਇਸ ਤਰ੍ਹਾਂ ਕੀਤਾ ਜਿਵੇਂ ਕਿ ਕੋਈ ਵਿਅਕਤੀ ਬਹੁਤ ਵੱਡੇ ਕੰਮ ਦੇ ਉੱਤੇ ਜਾ ਰਿਹਾ ਹੋਵੇ। The staff went to work checking out the validity of his ownership, ਅਤੇ ਜਿਹੜਾ ਸਟਾਫ ਸੀ ਬੈਂਕ ਦਾ ਸਟਾਫ ਜਿਹੜਾ ਸੀ ਉਹ ਆਪਣੇ ਕੰਮ ਦੇ ਵਿੱਚ ਇਹ ਨਿਰੀਖਣ ਕਰਨ ਦੇ ਵਿੱਚ ਲੱਗ ਗਿਆ ਤਾਂ ਕਿ ਉਹ ਇਹ ਯਕੀਨੀ ਬਣਾ ਸਕੇ ਕਿ ਉਹ ਸੱਚਮੁੱਚ ਹੀ ਇਸ ਕਾਰ ਦਾ ਮਾਲਕ ਹੈ। ਐਂਡ ਸ਼ੋਰ ਇਨਫ everything was checked out, ਔਰ ਜਦੋਂ ਉਹਨਾਂ ਨੇ ਸਾਰੀ ਚੀਜ਼ਾਂ ਨੂੰ ਚੈੱਕ ਕੀਤਾ ਤਾਂ ਸਾਰੀਆਂ ਚੀਜ਼ਾਂ ਸਹੀ ਸਨ ਅਤੇ and of course which bank was going to turn down $250,000, ਅਤੇ ਉਹ ਕਿਹੜਾ ਬੈਂਕ ਹੈ ਜਿਹੜਾ ਕਿ $1 ਕਰੋੜ $250,000 ਦੀ ਰਕਮ ਜਿਹੜੀ ਹੈ ਉਸ ਨੂੰ ਠੁਕਰਾ ਸਕੇ। in collateral security for mere $5,000 ਲੋਨ, ਕੇਵਲ $5,000 ਦੇ ਲੋਨ ਦੇ ਲਈ ਇੱਕ ਵਾਧੂ ਜ਼ਮਾਨਤ ਉਹ ਕਿਹੜਾ ਬੈਂਕ ਹੈ ਜਿਹੜਾ ਇਸ ਤੋਂ ਨਾ ਕਰੇਗਾ। ਥਾਮਸ left the bank with his $5,000, ਅਤੇ ਥਾਮਸ ਜਿਹੜਾ ਸੀ ਉਹ ਆਪਣੇ $5,000 ਲੈ ਕੇ ਇਸ ਬੈਂਕ ਤੋਂ ਚਲਾ ਗਿਆ। ਐਂਡ ਦ ਬੈਂਕ EMPLOYEES took ਥਾਮਸ ਕੀਜ਼, ਅਤੇ ਬੈਂਕ ਦੇ ਜਿਹੜੇ ਮੁਲਾਜ਼ਮ ਸਨ ਉਹਨਾਂ ਨੇ ਥਾਮਸ ਦੀ ਕਾਰ ਦੀ ਚਾਬੀ ਲਈ ਐਂਡ ਡਰੋਵ ਦ ਬ੍ਰੈਂਡ ਨਿਊ ਫਰਾਰੀ, ਅਤੇ ਉਹ ਨਵੀਂ ਬਿਲਕੁਲ ਨਵੀਂ ਫਰਾਰੀ ਕਾਰ ਨੂੰ ਚਲਾ ਕੇ ਲੈ ਕੇ ਗਏ ਡਾਊਨ ਇਨਟੂ ਦ ਬੈਂਕਸ ਅੰਡਰਗਰਾਊਂਡ ਗੈਰੇਜ, ਬੈਂਕ ਦੇ ਭੂਮੀਗਤ ਗੈਰੇਜ ਦੇ ਵਿੱਚ ਉਸ ਕਾਰ ਨੂੰ ਲੈ ਕੇ ਗਏ।
ही अश्योर्ड थॉमस, उसने थॉमस ਨੂੰ ਯਕੀਨ ਦਿਲਾਇਆ that it would be perfectly safe down there, ਕਿ ਉਹਨਾਂ ਦੀ ਕਾਰ ਬੈਂਕ ਦੇ ਕੋਲ ਇਸ ਗੈਰੇਜ ਦੇ ਵਿੱਚ ਪੂਰੀ ਤਰ੍ਹਾਂ ਸੁਰੱਖਿਅਤ ਰੱਖੀ ਜਾਏਗੀ। ਥੋਮਸ ਦੈਨ ਲੈਫਟ ਦਾ ਬੈਂਕ, ਫਿਰ ਥੋਮਸ ਜਿਹੜਾ ਸੀ ਉਹ ਬੈਂਕ ਨੂੰ ਛੱਡ ਕੇ ਚਲਾ ਗਿਆ ਐਂਡ ਕੌਟ ਹਿਜ਼ ਫਲਾਈਟ ਟੂ ਹਿਜ਼ ਫਾਰ ਅਵੇ ਲੈਂਡ, ਅਤੇ ਦੂਰ ਦਰਾਜ਼ ਜਿਹੜਾ ਉਹਦਾ ਇੱਕ ਜਗ੍ਹਾ ਸੀ ਜਿੱਥੇ ਉਸਨੇ ਜਾਣਾ ਸੀ, ਉਸ ਵਾਸਤੇ ਉਸਨੇ ਆਪਣੀ ਫਲਾਈਟ ਜਿਹੜੀ ਸੀ ਉਹ ਲੈ ਲਈ। ਐਨੀਵੇ 2 weeks went by, ਕਿਸੇ ਤਰੀਕੇ ਨਾਲ 2 ਹਫ਼ਤੇ ਜਿਹੜੇ ਸੀ ਉਹ ਬੀਤ ਗਏ ਐਂਡ ਸ਼ੋਰ ਇਨਫ ਦਾ ਬੈਂਕ ਓਪਨਡ ਮੰਡੇ ਮੋਰਨਿੰਗ, ਅਤੇ ਸੁਬਾਹ ਸਵੇਰੇ ਜਿਹੜਾ ਬੈਂਕ ਸੀ ਉਹ ਖੁੱਲ੍ਹਿਆ ਮੰਡੇ ਦੀ ਸਵੇਰ ਨੂੰ ਟੂ ਸੀ ਥੋਮਸ ਸਟਰੋਲ ਇਨ, ਅਤੇ ਉਹਨਾਂ ਨੇ ਦੇਖਿਆ ਕਿ ਥੋਮਸ ਜਿਹੜਾ ਸੀ ਉਹ ਘੁੰਮਦਾ ਫਿਰਦਾ ਉਹਨਾਂ ਦੇ ਬੈਂਕ ਦੇ ਵਿੱਚ ਆ ਗਿਆ ਐਂਡ ਸਲੈਪ ਦਾ $5,000 he had borrowed back on the counter, और उसने एकदम वो $5,000 ਜਿਹੜੇ ਕਿ ਉਸਨੇ ਬੈਂਕ ਤੋਂ ਲੋਨ ਦੇ ਰੂਪ ਦੇ ਵਿੱਚ ਲਏ ਸਨ ਉਹਨਾਂ ਨੂੰ ਕਾਊਂਟਰ ਦੇ ਉੱਤੇ ਇੱਕਦਮ ਪਟਕ ਕੇ ਮਾਰਿਆ। ਪਲੱਸ ਦਾ ਇੰਟਰਸਟ ਵਿਚ ਵਾਜ਼ ਅਰਾਊਂਡ $15, ਅਤੇ ਇਸ ਦੇ ਨਾਲ ਹੀ ਵਿਆਜ ਦੀ ਰਕਮ ਜਿਹੜੀ ਕਿ ਤਕਰੀਬਨ $15 ਸੀ ਉਸ ਨੂੰ ਵੀ ਬੈਂਕ ਦੇ ਕਾਊਂਟਰ ਦੇ ਉੱਪਰ ਸੁੱਟਿਆ। ਦ ਲੋਨ ਆਫਿਸਰ ਆਸਕਡ ਫॉर द कार टू बी ब्रॉट राउंड टू द फ्रंट ऑफ द बैंक, ਅਤੇ ਲੋਨ ਵਾਲੇ ਆਫਿਸਰ ਨੇ ਕਿਹਾ ਕਿ ਕਾਰ ਜਿਹੜੀ ਹੈ ਉਹ ਬਿਲਕੁਲ ਬੈਂਕ ਦੇ ਸਾਹਮਣੇ ਲਿਆਂਦੀ ਜਾਵੇ ਐਂਡ ਦੈਨ ਆਸਕਡ ਥੋਮਸ ਅ ਕੁਐਸਚਨ, ਅਤੇ ਫਿਰ ਉਸਨੇ ਥੋਮਸ ਨੂੰ ਇੱਕ ਪ੍ਰਸ਼ਨ ਪੁੱਛਿਆ। ਆਵਰ ਬੈਂਕ ਪ੍ਰਾਈਡਸ ਇਟਸੈਲਫ ਇਨ ਡਿਟੇਲਸ, ਸਾਡੇ ਬੈਂਕ ਨੂੰ ਮਾਣ ਹੈ ਵੇਰਵਿਆਂ ਦੀ ਜਾਣਕਾਰੀ ਪ੍ਰਾਪਤ ਕਰਨ ਦਾ ਐਂਡ ਕਸਟਮਰਸ ਸਰਵਿਸ, ਅਤੇ ਕਸਟਮਰਸ ਦੀ ਸੇਵਾ ਕਰਨ ਦਾ, ਉਹਨਾਂ ਦੀ ਸਰਵਿਸ ਕਰਨ ਦਾ। ਹੀ ਸੈਡ, ਉਸਨੇ ਕਿਹਾ, ਐਂਡ ਵਾਈਲ ਯੂ ਵਰ ਅਵੇ, ਅਤੇ ਜਦੋਂ ਤੁਸੀਂ ਗਏ ਹੋਏ ਸੀ, ਵੀ ਡਿਡ ਅ ਬੈਕਗਰਾਊਂਡ ਚੈੱਕ, ਅਸੀਂ ਤੁਹਾਡੇ ਬਾਰੇ 'ਚ ਪਿੱਛੇ ਜਾਣਕਾਰੀ ਕੀਤੀ। ਇਟ ਇਜ਼ ਰੂਟੀਨ, ਅਤੇ ਇਹ ਜਾਣਕਾਰੀ ਪ੍ਰਾਪਤ ਕਰਨਾ ਇਹ ਸਾਡੇ ਬੈਂਕ ਦੀ ਇੱਕ ਆਦਤ ਹੈ। ਐਂਡ ਡਿਸਕਵਰਡ ਯੂ ਆਰ ਐਕਚੁਅਲੀ ਵਨ ਆਫ ਦਾ ਵੈਲਦੀਐਸਟ ਮੈਨ ਇਨ ਅਮੈਰੀਕਾ, ਕਿ ਤੁਸੀਂ ਅਮਰੀਕਾ ਦੇ ਵਿੱਚ ਅਮੀਰ ਆਦਮੀਆਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਅਮੀਰ ਆਦਮੀ ਹੋ। ਵਾਈ ਔਨ ਅਰਥ ਵੁੱਡ ਯੂ ਨੀਡ ਟੂ ਬੋਰੋ $5,000, ਤੁਹਾਨੂੰ $5,000 ਲੋਨ ਲੈਣ ਦੀ ਕੀ ਲੋੜ ਪਈ ਹੋਈ ਸੀ? ਇਟ ਜਸਟ ਡਜ਼ ਨਾਟ ਮੇਕ ਸੈਂਸ, ਕਿਉਂਕਿ ਸਾਰੀ ਸਥਿਤੀ ਨੂੰ ਜਾਣ ਕੇ ਇਹ ਗੱਲ ਸਮਝ ਨਹੀਂ ਆਉਂਦੀ। ਥੋਮਸ ਸਮਾਈਲਡ, ਥੋਮਸ ਮੁਸਕਰਾਇਆ। ਪਿਕਡ ਅਪ ਦ ਕੀਜ਼ ਫਰੋਮ ਦ ਕਾਊਂਟਰ, ਉਸਨੇ ਕਾਊਂਟਰ ਤੋਂ ਚਾਬੀਆਂ ਚੱਕੀਆਂ ਐਂਡ ਸੈਡ, ਅਤੇ ਕਿਹਾ, ਕੈਨ ਯੂ ਟੈਲ ਮੀ ਅਨਦਰ ਵੇ, ਕੀ ਤੁਸੀਂ ਮੈਨੂੰ ਕੋਈ ਹੋਰ ਤਰੀਕਾ ਦੱਸ ਸਕਦੇ ਹੋ? ਆਈ ਕੁਡ ਹੈਵ ਪਾਰਕਡ ਮਾਈ ਨਿਊ ਫਰਾਰੀ, ਜਿਸ ਦੇ ਨਾਲ ਮੈਂ ਆਪਣੀ ਨਵੀਂ ਫਰਾਰੀ ਨੂੰ ਪਾਰਕ ਕਰ ਸਕਦਾ ਇਨ ਦ ਮਿਡਲ ਆਫ ਨਿਊਯਾਰਕ, ਨਿਊਯਾਰਕ ਦੇ ਬਿਲਕੁਲ ਕੇਂਦਰ ਦੇ ਵਿੱਚ, ਫॉर 2 weeks, 2 ਹਫ਼ਤਿਆਂ ਦੇ ਲਈ, ਫॉर ਜਸਟ $15, ਕੇਵਲ $15 ਦੇ ਵਿੱਚ, ਐਂਡ ਸਟਿਲ ਐਕਸਪੈਕਟ ਟੂ ਗੈਟ ਇਟ ਬੈਕ, ਅਤੇ ਫਿਰ ਉਮੀਦ ਕਰ ਸਕਾਂ ਕਿ ਮੈਂ ਉਸ ਕਾਰ ਨੂੰ ਵਾਪਸ ਪ੍ਰਾਪਤ ਕਰਾਂ ਇਨ ਟੌਪ ਕੰਡੀਸ਼ਨ, ਇੱਕ ਬਹੁਤ ਹੀ ਵਧੀਆ ਹਾਲਤ ਦੇ ਵਿੱਚ। ਵਿਦ ਦੈਟ ਥੋਮਸ ਵਾਕਡ ਆਊਟ ਆਫ ਦਾ ਡੋਰ, ਇਹ ਕਹਿ ਕੇ ਥੋਮਸ ਜਿਹੜਾ ਸੀ ਦਰਵਾਜ਼ੇ ਤੋਂ ਬਾਹਰ ਚਲਾ ਗਿਆ ਐਂਡ ਦ ਲੋਨ ਆਫਿਸਰ ਸਮਾਈਲਡ ਅ ਬਿਗਰ ਸਮਾਈਲ, ਅਤੇ ਲੋਨ ਆਫਿਸਰ ਨੇ ਇੱਕ ਮੁਸਕਾਨ ਜਿਹੜੀ ਸੀ ਉਸ ਦੇ ਚਿਹਰੇ ਦੇ ਉੱਪਰ ਆਈ, ਜਿਹੜੀ ਕਿ ਇੱਕ ਕੋਈ ਐਕਸਟਰਾ ਹੀ ਵੱਡੀ ਸਮਾਈਲ ਸੀ। ਐਗਜ਼ਾਮਪਲਸ ਆਫ ਐਪਲੀਕੇਸ਼ਨ of lateral non-linear thinking abound in several fields, ਕਈ ਖੇਤਰਾਂ ਦੇ ਵਿੱਚ ਰਚਨਾਤਮਕ ਸੋਚ ਅਤੇ ਉਹ ਸੋਚ ਜਿਹੜੀ ਕਿ ਰਸਮੀ ਨਹੀਂ ਹੁੰਦੀ, ਉਹ ਬਹੁਤਾਤ ਦੇ ਵਿੱਚ ਪ੍ਰਯੋਗ ਵਿੱਚ ਲਿਆਉਣ ਦੀਆਂ ਅਨੇਕਾਂ ਮਿਸਾਲਾਂ ਹਨ। ਇਨ ਕ੍ਰਿਕਟ ਦੇ ਵਿੱਚ ਦੇਖੋ, ਕੈਰੀ ਪੈਕਰ ਇੰਟਰੋਡਿਊਸਡ ਡੇ ਐਂਡ ਨਾਈਟ ਮੈਚਸ, ਕੈਰੀ ਪੈਕਰ ਨੇ
दिन रात वाले मैच ਜਿਹੜੇ ਸੀ ਉਹਨਾਂ ਦੀ ਸ਼ੁਰੂਆਤ ਕੀਤੀ ਐਂਡ ਕਲਰਫੁਲ ਬਾਲਸ ਐਂਡ ਕਲੋਥਿੰਗ ਔਰ ਉਸਨੇ ਰੰਗਦਾਰ ਬਾਲ ਅਤੇ ਕੱਪੜਿਆਂ ਨੂੰ ਇਸ ਮੈਚ ਦੇ ਵਿੱਚ ਸ਼ੁਰੂ ਕੀਤਾ ਅ ਡਿਪਾਰਚਰ ਫਰੋਮ ਦਾ ਟ੍ਰੈਡੀਸ਼ਨ ਅਤੇ ਇਹ ਜਿਹੜਾ ਤਰੀਕਾ ਸੀ ਪਹਿਲੇ ਵਾਲੇ ਤਰੀਕੇ ਦੇ ਮੈਚਾਂ ਨਾਲੋਂ ਬਿਲਕੁਲ ਵੱਖਰਾ ਸੀ that becomes so successful ਅਤੇ ਇਹ ਤਰੀਕਾ ਇੰਨਾ ਸਫਲ ਹੋਇਆ that the whole world of cricket adopted it ਕਿ ਸੰਸਾਰ ਦੇ ਸਾਰੇ ਕ੍ਰਿਕਟ ਖੇਡਣ ਵਾਲੇ ਦੇਸ਼ਾਂ ਨੇ ਇਸ ਨੂੰ ਅਪਣਾ ਲਿਆ ਆਸਟ੍ਰੇਲੀਆ ਰੀਸੈਂਟਲੀ ਐਕਸਪੈਰੀਮੈਂਟਡ ਵਿਦ 2 ਡਿਫਰੈਂਟ ਕੈਪਟਨਸ ਹੁਣੇ ਆਸਟ੍ਰੇਲੀਆ ਨੇ 2 ਕੈਪਟਨ ਰੱਖਣ ਦਾ ਤਜਰਬਾ ਕੀਤਾ ਫॉर द ਟੈਸਟ ਐਂਡ ਵਨ ਡੇ ਮੈਚ ਇੱਕ ਟੈਸਟ ਮੈਚ ਵਾਸਤੇ ਤੇ ਦੂਸਰਾ ਵਨ ਡੇ ਮੈਚਸ ਵਾਸਤੇ ਨਾਊਅਡੇਜ਼ ਇਹ ਅੱਜ ਕੱਲ੍ਹ ਦੀ ਗੱਲ ਹੈ ਉਹਨੇ ਅਸੀਂ ਦੇਖਿਆ ਹੈ ਕਿ T20 ਮੈਚ ਜਿਹੜੇ ਨੇ ਉਹ ਬਹੁਤ ਹੀ ਮਸ਼ਹੂਰ ਹੋ ਗਏ ਹਨ ਲੇਟਰਲ ਥਿੰਕਿੰਗ ਐਕਸਪਰਟ ਐਡਵਰਡ ਡੀ ਬੂਨੋ ਸੇਸ ਔਰ ਰਚਨਾਤਮਕ ਸੋਚ ਦੇ ਮਾਹਰ ਐਡਵਰਡ ਡੀ ਬੂਨੋ ਨੇ ਕਿਹਾ with logic you start with certain ingredients ਤਰਕ ਦੇ ਨਾਲ ਸੋਚਣ ਦੇ ਵਿੱਚ ਤੁਸੀਂ ਸ਼ੁਰੂਆਤ ਕਰਦੇ ਹੋ ਕੁਝ ਇੱਕ ਹਿੱਸਿਆਂ ਦੇ ਨਾਲ ਜਸਟ ਐਜ਼ ਇਨ ਚੈਸ ਜਿਵੇਂ ਕਿ ਸ਼ਤਰੰਜ ਵਿੱਚ ਹੁੰਦਾ ਹੈ ਯੂ ਸਟਾਰਟ ਵਿਦ ਗਿਵਨ ਪੀਸਿਸ ਦਿੱਤੇ ਹੋਏ ਟੁਕੜਿਆਂ ਦੇ ਨਾਲ ਤੁਸੀਂ ਸ਼ੁਰੂਆਤ ਕਰਦੇ ਹੋ बट what are those pieces लेकिन ये ਜਿਹੜੇ ਟੁਕੜੇ ਹੁੰਦੇ ਨੇ ਇਹ ਕੀ ਹੁੰਦੇ ਨੇ in most real life situation ਵਾਸਤਵਿਕ ਸਥਿਤੀ ਦੇ ਵਿੱਚ ਜੀਵਨ ਦੀ the pieces are not given ਇਹ ਟੁਕੜੇ ਜਿਹੜੇ ਨੇ ਸਾਨੂੰ ਉਪਲਬਧ ਨਹੀਂ ਹੁੰਦੇ just assume they are ਮੰਨ ਲਓ ਕਿ ਇਹ ਟੁਕੜੇ ਸਾਨੂੰ ਮਿਲ ਵੀ ਜਾਂਦੇ ਹਨ ਤਾਂ ਵੀ ਅਜ਼ਿਊਮ ਸਰਟਨ ਪਰਸੈਪਸ਼ਨਸ ਅਸੀਂ ਕੁਝ ਇੱਕ ਧਾਰਨਾਵਾਂ ਨੂੰ ਮੰਨ ਲੈਂਦੇ ਹਾਂ ਕਨਸੈਪਟਸ ਸੰਕਲਪਾਂ ਨੂੰ ਮੰਨ ਲੈਂਦੇ ਹਾਂ ਐਂਡ ਬਾਉਂਡਰੀਜ਼ ਅਤੇ ਕੁਝ ਸੀਮਾਵਾਂ ਨੂੰ ਅਸੀਂ ਨਿਸ਼ਚਿਤ ਕਰ ਲੈਂਦੇ ਹਾਂ ਵਨ ਵੇ ਇਜ਼ ਆਲਵੇਜ਼ ਕਨਫਿਊਜ਼ਿੰਗ ਕੰਡੀਸ਼ਨਡ ਥਿੰਕਿੰਗ ਵਿਦ ਕ੍ਰੀਏਟਿਵ ਥਿੰਕਿੰਗ ਇੱਕ ਚੀਜ਼ ਜਿਹੜੀ ਹੈ ਉਹ ਹਮੇਸ਼ਾ ਹੀ ਉਲਝਾਉਂਦੀ ਹੈ ਵਾਤਾਅਨੁਕੂਲਿਤ ਸੋਚ ਅਤੇ ਰਚਨਾਤਮਕ ਸੋਚ ਨੂੰ ਡੀ ਬੂਨੋ ਐਕਸਪਲੇਨਸ ਬੂਨੋ ਨੇ ਵਰਣਨ ਕੀਤਾ that later thinking is concerned not with playing with existing pieces ਰਚਨਾਤਮਕ ਸੋਚ ਜਿਹੜੀ ਹੈ ਉਸ ਦਾ ਸੰਬੰਧ ਉਹਨਾਂ ਟੁਕੜਿਆਂ ਦੇ ਨਾਲ ਖੇਡਣਾ ਨਹੀਂ ਹੈ ਜਿਹੜੀਆਂ ਸਾਡੇ ਕੋਲ ਉਪਲਬਧ ਹਨ ਬਟ ਵਿਦ ਸੀਕਿੰਗ ਟੂ ਚੇਂਜ ਦੋਜ਼ ਵੈਰੀ ਪੀਸਿਸ ਅਤੇ ਹਮੇਸ਼ਾ ਤਿਆਰ ਰਹਿਣਾ ਲੱਭਣ ਦੇ ਵਿੱਚ ਉਹਨਾਂ ਟੁਕੜਿਆਂ ਨੂੰ ਜਿਹੜੇ ਕਿ ਸਾਡੇ ਕੋਲ ਉਪਲਬਧ ਨਹੀਂ ਹਨ ਇਟ ਇਜ਼ ਕੰਸਰਨਡ ਵਿਦ ਦ ਪਰਸੈਪਸ਼ਨ ਪਾਰਟ ਆਫ ਥਿੰਕਿੰਗ ਅਤੇ ਇਹ ਸਾਡੀ ਸੋਚ ਦੇ ਧਾਰਨਾ ਦੇ ਹਿੱਸੇ ਦੇ ਨਾਲ ਸੰਬੰਧਿਤ ਹੈ ਅੱਜ ਦੇ ਇਸ ਲੈਸਨ ਦਾ ਟੇਕ ਅਵੇ ਟਿਪ ਹੈ ਉਹ ਇਸ ਤਰੀਕੇ ਦੇ ਨਾਲ ਹੈ ਕਿ ਜੇਕਰ ਅਸੀਂ ਰਚਨਾਤਮਕ ਸੋਚ ਨੌਨ ਲੀਨੀਅਰ ਸੋਚ ਥਿੰਕਿੰਗ ਆਊਟ ਆਫ ਦਾ ਬਾਕਸ ਦਾ ਇਸਤੇਮਾਲ ਆਪਣੇ ਜੀਵਨ ਦੇ ਵਿੱਚ ਕਰਨਾ ਸਿੱਖ ਲਈਏ ਤਾਂ ਸਾਡੇ ਜੀਵਨ ਦੇ ਵਿੱਚ ਕੋਈ ਵੀ ਕਠਿਨਾਈ ਅਜਿਹੀ ਨਹੀਂ ਹੋਵੇਗੀ ਜਿਸ ਨੂੰ ਅਸੀਂ ਕਹਿ ਸਕੀਏ ਕਿ ਇਸ ਦਾ ਹੱਲ ਨਹੀਂ ਹੋ ਸਕਦਾ ਆਓ ਅਸੀਂ ਰਚਨਾਤਮਕ ਸੋਚ ਨੂੰ ਅਪਣਾਈਏ ਅਤੇ ਪ੍ਰਚਲਿਤ ਸੋਚ ਦੀ ਸਹਾਇਤਾ ਕਰਨ ਦੇ ਵਿੱਚ ਇਸ ਦਾ ਸਹਿਯੋਗ ਜਿਹੜਾ ਹੈ ਉਸ ਦਾ ਫਾਇਦਾ ਆਪਣੇ ਜੀਵਨ ਦੇ ਵਿੱਚ ਉਠਾਈਏ ਥੈਂਕ ਯੂ ਵੈਰੀ ਮਚ